गौड़ी कबीर जी पंच पदे ज्यों जल छोड़ बाहर भयो मीना पूर्व जन्म तप काहिना अब कहो राम कवन गत मोरी तजिले बनारस मत पई थोरी। अब कहो राम कवन गत मोरी तजिले बनारस मत पई थोरी। रहाओ सकल जन्म शिवपुरी गवाया मरती बार मगहर उठया बहुत बरस तप किया काशी मरण पया मगहर की बहासी। काशी मगहर सम बेचारी पोषी भगत कैसे पुत्रस पारी। कहो गोर गाज शिव सबको जाने शिव सबको जाने मुआ कबीर रमत श्री राम। कहो गोर गाज शिव सबको जाने मुआ कबीर रमत श्री राम। परम सम्मानयोग जब छत्र तक दे मालिक सारी मनुखता दे साझे रह प्रभात पल स्वागणहार सतगुरु श्री गुरु ग्रंथ साहब पातशाह जी के मुबारक चरणों अंदर सवायमान गुरु के प्यार वाले सत्संगियों जिथे अदब सैफ सतगुरु जी के प्यारे पासों हरि जस कीर्तन नाल सांझ बना रहे सी गुरु के सवारे कीर्तन श्रवण करवा रहे सन। आओ चंद घड़ियां विचार नाल जुड़ते हैं। विचार आरंभ तो पहला गुरु बख्शिश दोहराइए प्यार नाल गज के आखो वाहिगुरु जी का खालसा वाहिगुरु जी की फतेह। आओ आप कोशिश करते हाँ सारे रल के सुभाव बनाइए बाणी नूं पढ़न दा गाउण दा। आम सिख गुरु ग्रंथ साहब जी तू पढ़ना ही छड्ड गया है, विचारना तो बहुत दूर की गल है। असी बाणी नूं पढ़ना आप पढ़न की खेचल नहीं करते, आप कोशिश नहीं करते। साडे मनां अंदर ये डर बैठा दिते गए भी आम बंदा बाणी नहीं पढ़ सकता। नाल नाल फिर कुछ गल्लां इदां दीयां धार्मिक पुजारी ने साडे जेहन च पातियां कि जे बाणी पढ़दे गलती हो जाए तो पाप लगता है। हुण ये ते कोई बंदा नहीं ना चाहता भी नाले वो बाणी पढ़े तो नाले वो पाप लगे। और ये गल साडे च आई इसे करके भी किते सारे लोग ना बाणी पढ़न लग जाण, नहीं तो बाणी पढ़दे कदे भी कोई बंदा दावा नहीं कर सकता भी मैं बाणी बिल्कुल शुद्ध पढ़दा, मेरे तो एक भी गलती नहीं होती, ये सवाल ही पैदा नहीं होता। तो ये भरम
ਜਿਵੇਂ ਮੇਰੇ ਤੋਂ ਪਹਿਲਾਂ ਵੀਰ ਨਿਸ਼ਾਨ ਸਿੰਘ ਤੁਹਾਡੇ ਨਾਲ ਗੱਲ ਕਰ ਰਹੇ ਸੀ ਵੀ ਇੰਨੇ ਪੁਜਾਰੀ ਨੇ ਭਰਮ ਪਾਤੇ ਨਾ ਬੰਦੇ ਦੇ ਦਿਮਾਗ ਵਿੱਚ। ਵੇਖੋ ਪੁਜਾਰੀ ਕਿੱਡਾ ਤੇਜ਼ ਹੈ, ਕਿੱਡਾ ਚਲਾਕ ਹੈ। ਉਹ ਕਹਿੰਦਾ ਵੀ ਜਿਹੜਾ ਕਾਸ਼ੀ ਮਰੇਗਾ ਉਹ ਮੁਕਤ ਹੋ ਜਾਏਗਾ। ਜਦੋਂ ਕਿਸੇ ਨੇ ਪੁੱਛਿਆ ਵੀ ਜੇ ਕਾਸ਼ੀ ਨਾ ਮਰ ਸਕੇ ਤੇ ਕਹਿੰਦੇ ਫਿਰ ਮਰਿਆ ਹੋਇਆ ਕਾਸ਼ੀ ਲੈ ਆਓ, ਮੁਕਤੀ ਮਿਲ ਜਾਏਗੀ। ਯਾਨੀ ਕਿ ਸੰਬੰਧ ਕਾਸ਼ੀ ਨਾਲ ਹੀ ਜੁੜਿਆ ਰਹਿਣਾ ਚਾਹੀਦਾ। ਮਰਿਆ ਹੋਇਆ ਡੈਡ ਬੋਡੀ, ਜੇ ਡੈਡ ਬੋਡੀ ਨਹੀਂ ਲਿਆ ਸਕਦੇ ਤਾਂ ਫਿਰ ਉਹਦੀਆਂ ਅਸਥੀਆਂ ਹੀ ਲੈ ਆਓ, ਘੱਟੋ ਘੱਟ ਮੁਕਤੀ ਤਾਂ ਮਿਲ ਹੀ ਜਾਏਗੀ ਉਹ। ਅੱਛਾ, ਇਹ ਗੱਲ ਕੱਲੀ ਬਨਾਰਸ ਵਾਲਿਆਂ ਵਾਸਤੇ ਜਾਂ ਸਾਡੇ ਵਾਸਤੇ ਨਹੀਂ, ਆਪਾਂ ਨਹੀਂ ਏਦਾਂ ਦੇ, ਆਪਾਂ ਵੀ ਤਾਂ ਇਹੋ ਜਿਹੇ ਹੀ ਆ। ਜਿਹੜੇ ਬੰਦੇ ਕਦੀ ਵੀ ਧਰਮ ਸਥਾਨ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ, ਮਰਨ ਤੋਂ ਬਾਅਦ ਆਪਾਂ ਵੀ ਤੇ ਅਸਥੀਆਂ ਕਈ ਵਾਰ ਲਈ ਫਿਰਦੇ ਹਾਂ ਵੀ ਇੱਥੇ ਪਾਉਣ ਨਾਲ ਮੁਕਤੀ ਮਿਲਦੀ ਹੈ। ਆਪਾਂ ਘੱਟ ਹਾਂ ਬਨਾਰਸ ਵਾਲਿਆਂ ਨਾਲ। ਇਹਨਾਂ ਮੁਲਕਾਂ 'ਚ ਬੰਦੇ ਚੜ੍ਹਾਈ ਕਰ ਜਾਣ ਤੇ ਅਸਥੀਆਂ ਲੈ ਕੇ ਇੰਡੀਆ ਜਾਂਦੇ ਨਹੀਂ, ਆਪਾਂ ਵੀ ਕੀਰਤਪੁਰ ਪਾਉਣ ਨਾਲ ਬੰਦਾ ਮੁਕਤ ਹੋ ਜਾਂਦਾ। ਸਾਡੇ 'ਚ ਕਿੰਨੇ ਬਨਾਰਸ ਨੇ, ਕੋਈ ਕਹਿੰਦਾ ਗੋਇੰਦਵਾਲ ਪਾਉਣ ਨਾਲ ਮੁਕਤ ਹੋ ਜਾਂਦਾ। ਸੋ ਰਲ ਕੇ ਇੱਕ ਵਾਰ ਪਾਵਨ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਸਾਰੇ ਪੜ੍ਹਦੇ ਆ। ਕਿਰਪਾ ਕਰਿਓ ਸਾਥ ਸਾਥ ਪੜ੍ਹਨ ਦਾ ਯਤਨ ਕਰਿਓ। ਅਬ ਕਹੋ ਰਾਮ ਕਵਨ ਗਤ ਮੋਰੀ, ਅਬ ਕਹੋ ਰਾਮ ਕਵਨ ਗਤ ਮੋਰੀ, ਰਾਮ ਕਵਨ ਗਤ ਮੋਰੀ, ਗੱਜ ਕੇ ਰਾਮ ਕਵਨ ਗਤ ਮੋਰੀ, ਅਬ ਕਹੋ ਰਾਮ ਕਵਨ ਗਤ ਮੋਰੀ, ਅਬ ਕਹੋ ਰਾਮ ਕਵਨ ਗਤ ਮੋਰੀ, ਕੋ ਰਾਮ ਕਵਨ ਗਤ ਮੋਰੀ, ਅਬ ਕੋ ਰਾਮ ਕਵਨ ਗਤ ਮੋਰੀ। ਤਜਿਲੇ ਬਨਾਰਸ ਮਤ ਭਈ ਥੋਰੀ, ਤਜਿਲੇ ਬਨਾਰਸ ਮਤ ਭਈ ਥੋਰੀ, ਬਨਾਰਸ ਮਤ ਪੈ ਥੋਰੀ, ਤਜਿਲੇ ਬਨਾਰਸ ਮਤ ਪੈ ਥੋਰੀ। ਬਾਬਾ ਕਬੀਰ ਜੀ ਨੇ ਬੜਾ ਪਿਆਰਾ ਇੱਕ ਨੁਕਤਾ ਸਾਡੇ ਸਾਰਿਆਂ ਦੇ ਸਾਹਮਣੇ ਰੱਖਿਆ। ਪਹਿਲਾਂ ਕਹਾਣੀ ਨੂੰ ਸਮਝੋ। ਦੋ ਥਾਂ ਨੇ ਭਾਰਤ ਵਿੱਚ, ਇੱਕ ਹੈ ਕਾਸ਼ੀ ਤੇ ਇੱਕ ਹੈ ਮਗਹਰ। ਕਾਸ਼ੀ ਤੇ ਮਗਹਰ ਦਾ ਜਿਹੜਾ ਫਾਸਲਾ ਹੈ ਉਹ ਲਗਭਗ 30 ਕੁ ਮੀਲਾਂ ਦਾ, 100 ਕਿਲੋਮੀਟਰ ਜੇ ਅੱਜ ਦੇ ਹਿਸਾਬ ਨਾਲ ਲਾਉਣਾ ਹੋਵੇ। 100 ਕਿਲੋਮੀਟਰ ਕਾਸ਼ੀ ਤੋਂ ਦੂਰ ਹੈ ਮਗਹਰ ਇੱਕ ਜਗ੍ਹਾ। ਮਗਹਰ ਦੀ ਧਰਤੀ ਬ੍ਰਾਹਮਣ ਵੀਰ ਕਹਿੰਦਾ ਕਿ ਇਹ ਸ਼ਰਾਬੀ ਹੋਈ ਧਰਤੀ ਹੈ। ਉਹਦੇ ਪਿੱਛੇ ਕਹਾਣੀ ਉਹ ਇਹ ਦੱਸਦੇ ਨੇ ਵੀ ਜਿਹੜਾ ਬੰਦਾ ਮਗਹਰ ਦੀ ਧਰਤੀ ਤੇ ਚੜ੍ਹਾਈ ਕਰਦਾ ਹੈ, ਔਰ ਉਹਨਾਂ ਦੇ ਇਤਿਹਾਸ ਵਿੱਚ ਹੈ ਵੀ ਸ਼ਿਵ ਭਗਵਾਨ ਦਾ ਪੁੱਤਰ ਗਣੇਸ਼ ਮਗਹਰ ਦੀ ਧਰਤੀ ਤੇ ਬਹਿ ਕੇ ਰੱਬ ਨੂੰ ਆਰਾਧਨ ਲੱਗ ਪਿਆ, ਤੇ ਲੋਕਾਂ ਦਾ ਇਕੱਠ ਕਾਸ਼ੀ ਦੀ ਧਰਤੀ ਨਾਲੋਂ ਮਗਹਰ ਜ਼ਿਆਦਾ ਹੋਣ ਲੱਗ ਪਿਆ, ਕਿਉਂਕਿ ਉਹ ਬੇਟਾ ਹੋਣ ਕਰਕੇ ਹੋ ਸਕਦਾ ਲੋਕਾਂ ਦਾ, ਉਹਨਾਂ ਦੀ ਮਿੱਥ ਵਿੱਚ ਕਹਾਣੀ ਹੈ। ਤੇ ਜਦੋਂ ਲੋਕਾਂ ਨੇ ਆਣ ਕੇ ਕਿਹਾ ਕਿ ਆਪਣੇ ਨਾਲੋਂ ਲੋਕ ਤਾਂ ਮਗਹਰ ਜ਼ਿਆਦਾ ਜਾਣ ਲੱਗ ਪਏ ਨੇ, ਤਾਂ ਬ੍ਰਾਹਮਣ ਨੇ ਉਸ ਵੇਲੇ ਦੇ ਨੇ ਫਿਰ ਇੱਕ ਸ਼ਰਾਪ ਦਿੱਤਾ ਕਿ ਜਿਹੜਾ ਬੰਦਾ ਮਗਹਰ ਦੀ ਧਰਤੀ ਤੇ ਜਾਏਗਾ ਉੱਥੇ ਮਰੇਗਾ, ਉਹ ਨਰਕਾਂ ਨੂੰ ਜਾਏਗਾ। ਜਿਹੜਾ ਕਾਸ਼ੀ ਦੀ ਧਰਤੀ ਤੇ ਮਰੇਗਾ ਉਹ ਸਵਰਗ ਜਾਏਗਾ। ਹੁਣ ਬਾਬਾ ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਨੇ। ਬਾਬਾ ਕਬੀਰ ਜੀ ਦਾ ਜਨਮ ਬਨਾਰਸ ਦੀ ਧਰਤੀ ਦਾ ਹੈ। ਬਾਬਾ ਕਬੀਰ ਜੀ ਦਾ ਮੁੱਢ ਤੋਂ ਇਹ ਬ੍ਰਾਹਮਣੀ ਵਿਚਾਰਧਾਰਾ ਨਾਲ ਪੂਰਾ ਤਕਰਾਰ ਰਿਹਾ। ਇਸੇ ਕਰਕੇ ਬਾਬਾ ਕਬੀਰ ਜੀ ਦੇ ਨਾਲ ਬਹੁਤ ਸਾਰੇ ਥਾਵਾਂ ਤੇ ਬ੍ਰਾਹਮਣ ਵੀਰ ਦਾ ਤਕਰਾਰ ਰਹਿੰਦਾ ਰਿਹਾ। ਇੱਕ ਗੱਲ ਹੋਰ ਧਿਆਨ ਨਾਲ ਸਮਝ ਲਿਓ ਕਿ ਬਾਬਾ ਕਬੀਰ ਜੀ ਕਿਸੇ ਵਿਅਕਤੀ ਦੇ ਵਿਰੋਧੀ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਸੇ ਵਿਅਕਤੀ ਵਿਸ਼ੇਸ਼ ਦਾ ਵਿਰੋਧ ਨਹੀਂ ਕਰਦੀ। ਹੁਣ ਜਦੋਂ ਕਾਸ਼ੀ ਦੀ ਧਰਤੀ ਤੇ ਮਗਹਰ ਦੀ ਧਰਤੀ ਬਾਰੇ ਇਹ ਸ਼ਰਾਪ ਦੇਤਾ ਵੀ ਜਿਹੜਾ ਬੰਦਾ ਇੱਥੇ ਮਰੇਗਾ ਉਹ ਸਿੱਧਾ ਨਰਕਾਂ ਨੂੰ ਜਾਏਗਾ, ਜਿਹੜਾ ਕਾਸ਼ੀ ਮਰੇਗਾ ਉਹ ਸਵਰਗਾਂ ਨੂੰ ਜਾਏਗਾ। ਇੱਕ ਹੋਰ ਇਤਿਹਾਸਿਕ ਘਟਨਾ ਉਹਦੇ ਪਿੱਛੇ ਮਿਲਦੀ ਹੈ ਵੀ ਜਿਹੜਾ ਮਹਾਤਮਾ ਬੁੱਧ ਹੈ ਉਹਦੀ ਮੌਤ ਮਗਹਰ ਦੀ ਧਰਤੀ ਤੇ ਹੋਈ। ਮਹਾਤਮਾ ਬੁੱਧ ਭਾਰਤ ਦੀ ਧਰਤੀ ਦੇ ਵਿੱਚ ਬੁੱਤ ਪ੍ਰਸਤੀਆਂ ਦੇ ਖਿਲਾਫ ਬਹੁਤ ਵੱਡਾ ਜਿਹਾਦ ਛੇੜਿਆ ਉਹਨੇ, ਬਹੁਤ ਵੱਡੀ ਇੱਕ ਲੜਾਈ ਲੜੀ
बुत प्रस्ती के खिलाफ। हुण महात्मा बुद्ध के विरोध में, क्योंकि जिहड़ा पुजारी श्रेणी उहदे कोल इक्को ही तरीका हुंदा कि जिहड़े बंदे उहदे विरोध में जाते हैं उन्हां दी हर एक चीज़ नूं लोकां दे दिमाग विच नैगेटिविटी भर दित्ती जाए, उन्हां दे खिलाफ चीज़ां सिर ते दित्तियां जाण। काशी की धरती तो मगहर की धरती का एक फर्क पा के ब्राह्मण ने कहा, उस जगह ते महात्मा बुद्ध शरीर त्यागते हैं ते ब्राह्मण ने कहा देखो जिहड़ा सारी जिंदगी बुतां दे खिलाफ गल करदा रहा ते अखीर मरन वेले उत्थे मरिया जिथे मर के बंदा नरकां नूं जांदा। हुण आम बंदे दे मनां 'च डर बह गया कि बुत प्रस्ती के कारण ही शायद जिहड़ा महात्मा बुद्ध है उहदी मौत मगहर की धरती ते होई। कबीर साहब जी ने इस भरम नूं तोड़न लई जिथे आप अखीरले समय ते मगहर की धरती ते जाके बह गए, उत्थे साडे सामने भरम तोड़न लई भी थां अपने आप च कोई अहमियत नहीं रखती। गुरु ग्रंथ साहब जी के अंदर पावन सिद्धांत महाराज लिखती रूप च भी सानूं दे गए। हुण इह तां क्योंकि ब्राह्मण तां मन सकदा है भी कबीर जी नरकां नूं गए होणगे, पर जे सिखां ने भी मनना भी किसी खास थां ते मरन नाल कोई बंदा स्वर्ग नरक जांदा ते फिर सानूं भी इह मनना पैना भी कबीर साहब जी नरकां नूं गए होणगे, सानूं भी इदां मनना पैना। बाबा कबीर जी ने शब्द वरत्या, कहते अब कहो राम कवन गत मोरी, तजीले बनारस मत पई थोरी। कबीर साहब कहते भी दुनिया के लोग कहते हैं भी कबीर तू कमला बहुत है, तेरा दिमाग नहीं काम करता। क्यों नहीं काम करता? क्योंकि तू बनारस छड्ड बैठा अखीरले वेड़ियां च, तेरी मत बड़ी थोड़ी है। सारी जिंदगी तू काशी में कड्ढी ते मौत वेले तू मगहर आ गया। जदों लोग मरन वेले काशी आउंदे ने तू उस वेले मगहर आण के बह गया। बाबा कबीर जी कहते भी हे परमात्मा की इन्हां दीयां गल्लां सुन के जिहड़ियां गल्लां इह करदे ने, इन्हां गल्लां तो सुन के मैं भी इन्हां तो प्रभावित होके ते इह मन लैंदा भी काशी की धरती ते मरन वाला स्वर्ग जांदा है ते मगहर की धरती ते मरन वाला नरक जांदा है। ये भरम मैं दुनिया के सामने तोड़ के जाना है भी कोई भी बंदा किसी थां ते भी चढ़ाई कर जाए, उसकी मौत होवे, उसका संबंध नहीं है कि वह नरकां ते स्वर्गां नूं जांदा, उसका जीवन दसेगा कि वह नरकां वाला है कि वह स्वर्गां वाला। बाबा कबीर जी का एक शब्द है, जो तुसीं ध्यान नाल किते पढ़िया होवे, बाबा कबीर जी कहते अंतर मैल जे तीरथ नहावे तिस बैकुंठ न जाना, लोक पतीने कछु न होई नाहि राम एना। रहाव वाला बंद है, पूजो राम एक ही देवा, साचा नामन गुर की सेवा। एक परमात्मा की पूजा करना ही असल में सच्चे गुरु का इशनान करना है। फिर शब्द वरतते अगे महाराज कहते जल के मज्जन जेगा धोवे, नित नित मेढक नहावे, जैसे मेढक तैसे ओए नर फिर जूनी आवे। जे पानी नाल नहाउण करके किसी खास तीरथ ते इशनान करन नाल बंदे नूं मुक्ति मिलदी होंदी ते फिर सब तो पहला मुक्ति डड्डू नूं मिलनी चाहिए सी, क्योंकि वो पानी विच बहुत रहिंदा है। सब तो वध समा डड्डू पानी विच बतीत करदा है। हुण बाबा कबीर जी तो अगली गल जिहड़ी करदे बड़ी प्यारी और बड़ी स्वादली है। बाबा कबीर जी कहते मनो कठोर मरे बनारस। जिहड़ा बंदा मन दा भैड़ा है ना, जिहदे अंदर कपट लुकिया होया है, मरे बनारस नरक ना बचिया जाए। एक गल याद रखियो, मन दे भैड़े बंदे किते भी जाके मर जाण, उन्हां नूं दुनिया की कोई ताकत नरक तो बचा नहीं सकती। भरोसा रखना साडा फर्ज है। लिखिया बाणी विच महाराज ने कहा मनो कठोर मरे बनारस तो नरक ना बचिया जाए। वैसे एक गल होर पिछले दिनी भी आपां इस विषय ते चर्चा की सी भी बंदा जीने जी स्वर्गां च रहना चाहिए कि मरण तो बाद स्वर्गां च जाना चाहिए। थोड़ा जिहा अपनी सुरत ते जोर पा, बंदा जीने जी स्वर्गां च रहना चाहिए कि मरण तो बाद स्वर्गां च जाना चाहिए? बोल के दसो माड़ा जिहा। जीने जी रहना चाहिए। असी सारी तैयारी मरण तो बाद, अच्छा जे भला आपां जीने जी स्वर्गां च रहिंदे होईए ते कितनी खूबसूरत जिंदगी होवे भी साडा जिथे असी जिन्ने जी घर विच रह रहे हैं सारे स्वर्गां दे वासी हो। मरण तो बाद भोग वाले कार्ड ते लिखना तो बहुत सौखा है भी स्वर्गवासी बापू जी, स्वर्गवासी फलाना सिंह। हुण स्वर्गवासी है कि नरकवासी की पता। जिहड़ा बंदा सारी जिंदगी इत्थे नरक भोगदा, मरण तो बाद असीं स्वर्गवासी लिख दिंदे हां, क्योंकि हुण किहड़ा किसी ने पुछना जां पता लगना भी नरक गया है कि स्वर्ग गया है। और तुसीं वेखो समाज जिहड़े बंदे इत्थे रहिंदे आ ना आले दुआले नूं, असीं अज दुनिया दे अंदर नरक किहने बनाया?
कुदरत ने नरक नहीं बनाया, सारे के सारे नरक बंदे ने क्रिएट किए। जिन्ना कुछ आले दुआले असीं वेख रहे हैं ना, सारे के सारे नरक बंदे ने पैदा किए। बंदा जिथे रह रहे उन्होंने नरक बना रहा तो मरण तो बाद स्वर्ग की लालसा रख रहे। और बाणी च महाराज ने बड़े प्यारे शब्द वरते। महाराज कहते मोए होए जो मुक्त दो फिर तेरी मुक्त ना जाने कोई ना। मरण तो बाद मुक्ति केड़ी किसी ने वेखनी है। गुरु नानक साहब पातशाह जी के सिख जिउंदे स्वर्गां विच रहिंदे सन कि मरण तो बाद स्वर्गां विच जांदे सन। जरूर इतिहास विच लभण दी खेचल करे। स्वर्ग की हुंदा है? बाबे ने बाणी च नरक ते स्वर्ग की परिभाषा दी है ना, जो तो बड़ा प्यारा लिखा। महाराज कहते पुत जरूरा धी जनोरी जोरू जिन्हां दा सिकदार। नरक की हुंदा है? जिथे पुत मां दी ना सुने, धी मां प्यो दी ना सुने, सारे अपनियां अपनियां मर्जियां करदे होण ते कोई किसी नूं कहण वाला ना होवे। ते गुरु साहब जी कहते होर नरक की परिभाषा की हुंदी है? नरक इहनूं ते कहते पुत जनूरा धी जनूरी जोरू जिन्हां दा सिकदार। फिर बाबे ने शब्द वरतिया कली अंदर नानका जिन्हां दा अवतार। ये जिन ने असल विच। अच्छा बंदे कहते ने मर के नहीं बंदा भूत बनना चाहिए। ते जेड़े थीदे भूत ने इत्थे किन्ने पति भूत ने इत्थे जेड़े पत्नियां खा गए, किन्नियां पत्नियां भूतनियां ने इत्थे जेड़े पति खा गए। इन्हां भूतां दा की है? किन्ने मां-बाप भूत ने जेड़े औलाद दी जिंदगी खा गए, किन्ने सस सहुरे भूत ने जेड़े नवां दी जिंदगी खा गए। तुसीं पिछले वेखा ना अमेरिका तो एक बच्ची लाइव हो के उन्हें सुसाइड कीता सी। किन्नी क नरक भरी जिंदगी जींदी होएगी। मतलब जे इत्थे जिंदगी नरक वाली है तो फिर पर असीं समझाया ये है कि स्वर्ग मरण तो बाद मिलना। ਇਹਦੇ ਤੇ ਚਰਚਾ ਹੀ ਨਹੀਂ ਹੋਈ ਕਿ ਜਿੱਥੇ ਰਹਿਣਾ ਹੈ ਉਹਨੂੰ स्वर्ग ਬਣਾਉਣਾ। ਅਸੀਂ ਸਾਖੀਆਂ ਵੀ ਇਦਾਂ ਦੀਆਂ ਮਿੱਥ ਲਈਆਂ। ਇਸੇ ਕਰਕੇ ਅਸੀਂ ਜਦੋਂ ਪੁਰਾਣੀ ਚੜਾਈ ਕਰ ਗਿਆ ਨਾ, ਅਸੀਂ ਵੀ ਸਾਰਾ ਕੁਝ ਵੀ ਫਰਕ ਨਹੀਂ ਹੈ ਸਾਡੇ ਤੇ ਬਾਕੀਆਂ ਦੇ ਵਿੱਚ। ਬਾਣੀ ਦਾ ਸਾਰੇ ਦਾ ਸਾਰਾ ਸੰਦਰਭ ਕਬੀਰ ਸਾਹਿਬ ਕਹਿੰਦੇ ਵੀ ਕਿ ਮੈਂ ਵੀ ਇਦਾਂ ਹੀ ਮੰਨਣਾ ਜਿਹੜੇ ਲੋਕ ਮੰਨਦੇ ਨੇ। ਅਬ ਕਹੋ ਕਵਨ अब कहो राम कवन गत मोरी। कि इन्हां दे आखे लग के मैं इदां ही मन लवां जिवें ये मनदे ने। तजीले बनारस मत पई थोड़ीए। मैनूं कहंदे ने तू बनारस छड्डदा तू बड़ी थोड़ी मत दा मालिक है। फिर बाबा कबीर जी ने शब्द वरतिया, ध्यान च रखियो जरूर। गरीब निवास सच्चे पातशाह जी की बाणी कहती है जिथे रहीने हो ना इहनूं स्वर्ग बनाउण दी प्रैक्टिस करो। इहदा अभ्यास करिए। आपां सारे बंदियां नूं ऐ लगे कि जिस जिस हालात विच असीं जिथे जिथे रह रहे हैं उहनूं स्वर्ग बनाउण लई आपां सारे एफर्ट करिए। और तुसीं सोचो छोटे वड्डियां दा सत्कार करदे होण, वड्डे छोटियां नूं प्यार करदे होण, कोई किसी दी दौलत ते मैड़ी अख ना रखदा होवे, कोई लालची ना होवे, ते होर स्वर्ग की हुंदा है? फिर तां आपां जिथे रहीए उहनूं स्वर्ग बना सकदे हैं। पर इस बने साडा क्योंकि बाणी सानू दस्सिया नहीं ना गया कि इहनूं स्वर्ग बनाउणा है। सानू समझाया ते गया कि मरण तो बाद स्वर्ग पक्के करने ने। आप पुण्य दान जो बीजदे सब धर्म राय के जाए। जेड़े पुण्य दान तुसीं करदे हो ना कि धर्मराज कोल मिलणगे जा। इसे करके बंदा पुण्य दे काम जिन्ने कर रहा ना इत्थे नहीं कर रहे। इत्थे पुण्य भी है कि वड्डे नाल प्यार नाल बोलिया ते ये भी वड्डा पुण्य है। गुरु साहब जी ने बाणी च कहा भी जदों तुहानूं सत्कार नाल बोलना की कीमत समझ आ गई ते असल पुण्य दा काम यह है। पर जेड़े बंदे इस बाणी नूं संताई महाराज ने बाणी च किन्ने थावां ते कहा, काहे रे मन चित में उदम जा आहर हर जीव परया, सैल पत्थर में जंत उपाय तांका रिजक आगे कर धरिया, मेरे माधव जी सत संगत मिले सो धरिया, गुर प्रसाद परम पद पाया, सूखे कास्ट हरिया। मरण तो बाद असीं सारियां गल्लां मरण तो बाद जोड़ेंगे कि जदों असीं जावांगे ना इसकों उत्थे फिर सारा कुछ सानूं इदां मिलेगा। गरीब निवास सच्चे पातशाह जी ने शब्द वरतिया। महाराज सच्चे पातशाह जी कहंदे ये लोग मैनूं कहंदे ने। कबीर साहब जी दा नहीं ये ख्याल, लोकां दे ख्यालां नूं कबीर साहब जी साडे सामने रखदे ने। कबीर साहब कहंदे ये कहंदे ने ज्यों जल छोड़ बाहर भयो मीना, जिवें मच्छी पानी चों बाहर निकल जाती है, ठीक कबीर साहब जी कहते इदां ही मरण वेले बनारस छड्ड के ते बाहर चले गए ने। इन्हां दे पिछले कर्मां दा दुख है इन्हां ने भोगना। एक चीज होर तुहाडे ध्यान च मैं लियाउणी चाहुंदा, जिहड़ा बंदा समाज दे सामने दुनिया दीयां रीतां नूं तोड़दा है ना,
ਜਾਂ ਦੁਨੀਆ ਦੇ ਰਿਵਾਜਾਂ ਨੂੰ ਤੋੜਦਾ ਹੈ, ਉਹਨੂੰ ਬਦਨਾਮ ਕਰਨ ਵਾਸਤੇ ਵਕਤ ਦੀ ਹਰ ਇੱਕ ਧਿਰ ਕੰਮ ਕਰਦੀ ਹੁੰਦੀ। ਜਿਵੇਂ ਤੁਸੀਂ ਵੇਖੋ, ਗੁਰੂ ਨਾਨਕ ਸਾਹਿਬ ਜੀ ਦਾ ਜਨਮ ਇੱਕ ਵਿਸਾਖ ਨੂੰ ਹੋਇਆ। ਬ੍ਰਾਹਮਣ ਬੜਾ ਤੇਜ਼ ਸੀ, ਉਹਨੇ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਕੱਤੇ 'ਚ ਲੈ ਗਿਆ। ਕਿਉਂ ਲੈ ਗਿਆ? ਉਹਦੇ ਬਹੁਤ ਸਾਰੇ ਰੀਜ਼ਨ ਹੋਰ ਵੀ ਹੈਗੇ ਨੇ। ਬ੍ਰਾਹਮਣ ਦੀ ਥਿਊਰੀ ਦੇ ਮੁਤਾਬਕ ਕੱਤਕ 'ਚ ਜਨਮ ਲੈਣ ਵਾਲਾ ਜਵਾਕ ਜਿਹੜਾ ਹੁੰਦਾ ਹੈ ਨਾ, ਬੱਚਾ ਜਿਹੜਾ ਕੱਤਕ 'ਚ ਜਨਮ ਲੈਂਦਾ ਹੈ, ਉਹ ਅਭਾਗਾ ਹੁੰਦਾ। ਹੁਣ ਗੱਲ ਗੁਰੂ ਨਾਨਕ ਸਾਹਿਬ ਜੀ ਦੀਆਂ ਦਲੀਲਾਂ ਦਾ ਜਵਾਬ ਨਹੀਂ, ਤੇ ਦਲੀਲਾਂ ਦਾ ਤੇ ਕਾਟ ਨਹੀਂ ਉਹਦੇ ਕੋਲੇ, ਇਸ ਕਰਕੇ ਉਹਨੇ ਬਾਬੇ ਨਾਨਕ ਦਾ ਜਨਮ ਹੀ ਉਸ ਮਹੀਨੇ 'ਚ ਲੈ ਗਿਆ ਕਿ ਘੱਟੋ ਘੱਟ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਤੁਹਾਡੇ ਬਾਬੇ ਦਾ ਤਾਂ ਜਨਮ ਹੀ ਚੰਗੇ ਮਹੀਨੇ 'ਚ ਨਹੀਂ ਹੋਇਆ। ਇੱਕ ਦਲੀਲ ਬ੍ਰਾਹਮਣ ਨੇ ਆਪਣੇ ਵੱਲੋਂ ਘੜਨ ਵਾਸਤੇ ਤਰੀਕਾ ਨੂੰ ਬਦਲਿਆ ਆਪਣੇ ਢੰਗ ਨਾਲ। ਹੁਣ ਕਬੀਰ ਸਾਹਿਬ ਜੀ ਬਾਰੇ ਉਹ ਕਹਿੰਦੇ ਨੇ ਕਿ ਜਿਉਂ ਜਲ ਛੋੜ ਬਾਹਰ ਭਇਓ ਮੀਨਾ ਪੂਰਵ ਜਨਮ ਹੋ ਤਪ ਕਾ ਹੀਨਾ। ਉਹ ਕਹਿੰਦੇ ਬਾਬਾ ਕਬੀਰ ਜੀ, ਤੇਰੇ ਪਿਛਲੇ ਕਰਮਾਂ ਦਾ ਫਲ ਹੈ ਤੈਨੂੰ ਮਿਲਿਆ। ਤੂੰ ਪਿਛਲੇ ਜਨਮਾਂ 'ਚ ਰੱਬ ਦੀ ਭਗਤੀ ਨਹੀਂ ਸੀ ਕੀਤੀ, ਇਸ ਕਰਕੇ ਅਖੀਰਲੇ ਵੇਲੇ ਤੈਨੂੰ ਬਨਾਰਸ ਦੀ ਧਰਤੀ ਤੇ ਆਣ ਕੇ ਪ੍ਰਾਣ ਤਿਆਗਣੇ ਪਏ। ਗੁਰੂ ਸਾਹਿਬ ਜੀ ਪਿਛਲਾ ਜਨਮ ਜਦੋਂ ਮੰਨਦੇ ਨੇ ਨਾ ਬਾਣੀ 'ਚ, ਅੱਜ ਜਿੱਥੇ ਤੁਸੀਂ ਬੈਠੇ ਹੋ ਨਾ, ਇਹ ਆਉਣ ਵਾਲੇ ਸਮੇਂ ਬਾਅਦ, ਇਹ 1 ਘੰਟੇ ਅੱਧੇ ਘੰਟੇ ਬਾਅਦ ਤੁਹਾਡਾ ਪੂਰਬਲਾ ਜਨਮ ਹੋ ਜਾਣਾ। ਜਿਹੜਾ ਬੰਦਾ ਸਕੂਲ ਵਿੱਚ ਮਿਹਨਤ ਚੰਗੀ ਕਰਦਾ ਹੈ ਨਾ, ਉਹਦੇ ਵਾਸਤੇ ਰਿਜ਼ਲਟ ਜਦੋਂ ਵਧੀਆ ਆਉਂਦਾ ਤੇ ਉਹਦਾ ਪੂਰਬਲੇ ਕਰਮ ਨੇ ਉਹਦਾ ਰਿਜ਼ਲਟ ਵਧੀਆ ਲੈਂਦਾ। ਗੁਰੂ ਸਾਹਿਬ ਇਸੇ ਜੀਵਨ ਦੀ ਪ੍ਰੈਕਟੀਕਲ ਦੀ ਗੱਲ ਕਰਦੇ। ਗੁਰੂ ਸਾਹਿਬ ਅੱਖਾਂ ਦੇ ਉਹਲੇ ਦੀ ਗੱਲ ਨਹੀਂ ਕਰਦੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਪੂਰਬ ਜਨਮ ਹੋ ਤਪ ਕਾ ਹੀਨਾ। ਇਹ ਬ੍ਰਾਹਮਣ ਦਾ ਮੰਨਣਾ ਹੈ, ਇਹ ਵਕਤ ਦਾ ਪੁਜਾਰੀ ਮੰਨਦਾ ਹੈ ਕਿ ਕਬੀਰ ਸਾਹਿਬ ਪਿਛਲੇ ਕਰਮਾਂ ਕਰਕੇ ਵੇਖੋ ਅਖੀਰਲੇ ਵੇਲੇ ਬਨਾਰਸ ਦੀ ਧਰਤੀ ਤੇ, ਤਾਂ ਕਿ ਦੁਨੀਆ ਦੇ ਲੋਕਾਂ ਦੇ ਸਾਹਮਣੇ ਜੇ ਜਿਉਂਦੇ ਜੀ ਭਗਤ ਕਬੀਰ ਬਦਨਾਮ ਨਹੀਂ ਹੋ ਸਕਿਆ ਤੇ ਘੱਟੋ ਘੱਟ ਮਰਨ ਤੋਂ ਬਾਅਦ ਤਾਂ ਕਰ ਲਿਆ, ਕਿਉਂਕਿ ਹੁਣ ਤਾਂ ਜਸਟੀਫਾਈ ਨਹੀਂ ਨਾ ਕਰ ਸਕਦੇ ਕਬੀਰ ਜੀ। ਇਹ ਜ਼ਰੂਰ ਧਿਆਨ ਨਾਲ ਸਮਝਿਓ। ਜਿਹੜੇ ਬਾਬਾ, ਕਿਉਂਕਿ ਜਿਉਂਦੇ ਜੀ ਬਹੁਤ ਕੁਝ ਹੋਇਆ ਬਾਬਾ ਕਬੀਰ ਜੀ ਨਾਲ, ਵੀ ਇਹ ਜੁਲਾਇਆਂ ਦਾ ਮੁੰਡਾ ਆ, ਇਹ ਗਰੀਬ ਹੈ, ਇਹਨੂੰ ਕੀ ਪਤਾ ਧਰਮ ਦਾ ਉਪਦੇਸ਼ ਕੀ ਹੁੰਦਾ ਹੈ, ਕੱਲ ਜੰਮਿਆ, ਇਹ ਸਾਨੂੰ ਧਰਮ ਦੀਆਂ ਗੱਲਾਂ ਦੱਸਦਾ ਹੈ। ਜਦੋਂ ਉਹਨਾਂ ਸਾਰੀਆਂ ਦਲੀਲਾਂ ਦੀ ਕਾਟ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਸਾਰੀਆਂ ਸਿਧਾਂਤਕ ਵਿਚਾਰਾਂ ਦੇ ਸਾਹਮਣੇ ਜਦੋਂ ਨਹੀਂ ਕੋਈ ਦਲੀਲ ਚੱਲੀ, ਤਾਂ ਫਿਰ ਬ੍ਰਾਹਮਣ ਨੇ ਇਹ ਵੀ ਤਰੀਕਾ ਵਰਤ ਲਿਆ ਵੀ ਘੱਟੋ ਘੱਟ ਮਰਨ ਤੋਂ ਬਾਅਦ ਤੇ ਬਦਨਾਮ ਕੀਤਾ ਹੀ ਜਾ ਸਕਦਾ ਨਾ। ਹੁਣ ਕਬੀਰ ਸਾਹਿਬ ਆਣ ਕੇ ਕਿਹੜਾ ਫੈਸਲਾ ਕਰ ਦੇਣਗੇ। ਔਰ ਕਬੀਰ ਸਾਹਿਬ ਕਹਿੰਦੇ ਵੀ ਤੇਰੀ ਉਸ ਪਿਰਤ ਨੂੰ ਮੈਂ ਤੋੜ ਕੇ ਜਾਣਾ ਚਾਹੁੰਦਾ ਜਿਹੜੀ ਦੁਨੀਆ ਦੇ ਦਿਮਾਗ ਵਿੱਚ ਤੂੰ ਬਿਠਾਈ ਹੈ ਵੀ ਜਿਹੜਾ ਮਗਹਰ ਮਰੇਗਾ ਉਹ ਨਰਕਾਂ ਨੂੰ ਜਾਏਗਾ। ਕਬੀਰ ਸਾਹਿਬ ਜੀ ਨੇ ਫਿਰ ਸ਼ਬਦ ਵਰਤਿਆ, ਅੱਗੇ ਨਾਲ ਨਾਲ ਪੜ੍ਹਦੇ ਆਪਾਂ। ਕਬੀਰ ਸਾਹਿਬ ਕਹਿੰਦੇ ਜੇ ਤੂੰ ਇਦਾਂ ਮੰਨਦਾ ਹੈ, ਤੇਰਾ ਮੰਨਣਾ ਇਦਾਂ ਹੈ, ਤਾਂ ਇੱਕ ਗੱਲ ਯਾਦ ਰੱਖ, ਸਗਲ ਜਨਮ ਸ਼ਿਵਪੁਰੀ ਗਵਾਇਆ। ਕਹਿੰਦੇ ਇਹ ਕਹਿੰਦੇ ਨੇ ਸਾਰਾ ਜਨਮ ਇਹਨੇ ਸ਼ਿਵਪੁਰੀ, ਕਿਉਂਕਿ ਜਿਹੜੀ ਕਾਸ਼ੀ ਉਹਨੂੰ ਸ਼ਿਵ ਦੀ ਪੁਰੀ ਕਹਿੰਦੇ, ਸ਼ਿਵ ਜੀ ਦੀ ਉਹਨੂੰ ਜਗ੍ਹਾ ਉਹਨੂੰ ਧਰਤੀ ਮੰਨਦੇ ਨੇ। ਕਹਿੰਦੇ ਸਾਰਾ ਜਨਮ ਜੋ ਸ਼ਿਵਪੁਰੀ ਚ ਗਵਾ ਲਿਆ, ਮਰਦੀ ਬਾਰ ਮਗਹਰ ਉਠਾਇਆ, ਮਰਨ ਵੇਲੇ ਤੂੰ ਮਗਹਰ ਦੀ ਧਰਤੀ ਤੇ ਆ ਗਿਆ। ਬਾਬਾ ਕਬੀਰ ਜੀ ਕਹਿੰਦੇ ਮੈਂ ਮਰਦੀ ਵਾਰ ਮਗਹਰ ਉੱਠ ਕੇ ਤਾਂ ਆਇਆ ਕਿਉਂਕਿ ਤੇਰੇ ਭਰਮ ਨੂੰ ਤੋੜ ਸਕਾਂ। ਔਰ ਇਸੇ ਕਰਕੇ ਤੁਸੀਂ ਅੱਜ ਵੀ ਬਨਾਰਸ ਦੇ ਵਿੱਚ ਨਾਲ ਉਹਦੇ ਜਿਹੜੀ ਮਗਹਰ ਦੀ ਧਰਤੀ ਹੈ, ਉੱਥੇ ਸਿਰਫ ਤੇ ਸਿਰਫ ਕਬੀਰ ਸਾਹਿਬ ਜੀ ਦਾ ਇੱਕੋ ਹੀ ਸਥਾਨ ਬਣਿਆ ਹੋਇਆ। ਹਾਲਾਂਕਿ ਉੱਥੇ ਸਿਧਾਂਤ ਅੱਜ ਵੀ ਕਬੀਰ ਜੀ ਵਾਲਾ ਨਹੀਂ ਲਾਗੂ ਹੁੰਦਾ, ਪਰ ਉਸ ਜਗ੍ਹਾ ਤੇ ਕਬੀਰ ਸਾਹਿਬ ਜੀ ਨੇ ਉਹਨਾਂ ਵੇਲਿਆਂ ਦੇ ਵਿੱਚ, ਇਹ ਗੱਲ ਅੱਜ ਤੋਂ 500 ਸਾਲ ਪਹਿਲਾਂ ਦੀ ਹੈ, ਜਦੋਂ ਜਿਹੜੇ ਹਾਲਾਤਾਂ 'ਚ ਕਬੀਰ ਸਾਹਿਬ ਜੀ ਨੇ ਫੈਸਲੇ ਲਏ ਹੋਣਗੇ, ਬਾਬਾ ਕਬੀਰ ਜੀ ਕਹਿੰਦੇ ਇਹ ਮੈਨੂੰ ਕਹਿੰਦੇ ਨੇ ਵੀ ਮਰਦੀ ਵਾਰ ਤੂੰ ਮਗਹਰ ਆ ਗਿਆ ਤੇ ਹੁਣ ਤੂੰ ਨਰਕਾਂ ਨੂੰ ਜਾਏਗਾ, ਪਰ ਮੈਂ ਇਸ ਜਗ੍ਹਾ ਇਸ ਧਰਤੀ ਤੇ ਆਪਣੇ ਅਖੀਰਲੇ ਸਵਾਸਾਂ ਨੂੰ ਤਿਆਗ ਕੇ ਬ੍ਰਾਹਮਣ ਦਾ ਉਹ ਕਾੜ, ਉਹ ਭਰਮ ਸਦਾ ਵਾਸਤੇ ਤੋੜ ਦੇਣਾ ਚਾਹੁੰਦਾ। ਔਰ ਬਹੁਤ ਸਾਰੇ ਲੋਕ ਬਾਬਾ ਕਬੀਰ ਜੀ ਦੇ ਉਸ ਜਗ੍ਹਾ ਤੇ ਅਕਾਲ ਚਲਾਣਾ ਕਰਨ ਤੋਂ ਬਾਅਦ ਬਾਬਾ ਕਬੀਰ ਜੀ ਦੀ ਗੋਦ ਵਿੱਚ ਬਹਿ ਕੇ ਜਿਹੜੀ ਬ੍ਰਾਹਮਣ ਨੇ ਇਹ ਥਿਊਰੀ ਪੈਦਾ ਕੀਤੀ ਸੀ ਨਾ ਵੀ ਇੱਥੇ ਮਰੋਗੇ ਤੇ ਸਵਰਗਾਂ ਨੂੰ ਜਾਓਗੇ, ਲੋਕ ਕਬੀਰ ਜੀ ਤੋਂ ਬਾਅਦ ਪਤਾ ਨਹੀਂ ਕਿੰਨੇ ਬੰਦੇ ਉਸ ਧਰਤੀ ਤੇ ਜਾ ਕੇ ਰੱਬ ਨੂੰ ਯਾਦ ਕਰਨ ਲੱਗ ਪਏ। ਟੁੱਟ ਗਈ ਨਾ ਫਿਰ ਤਾਂ ਬ੍ਰਾਹਮਣ ਦੀ ਜਿਹੜੀ ਜਿਹਨੇ ਉਹਨੇ ਦਿਮਾਗ 'ਚ ਜਿਹੜੀ ਗੱਲ ਪਾਈ ਸੀ। ਔਰ ਬਹੁਤ ਸਾਰੇ ਲੋਕ ਬਾਬਾ ਕਬੀਰ ਜੀ ਦੇ ਉਸ ਤੀਰਥ ਸਥਾਨ ਤੇ ਜਾ ਕੇ ਆਪਣੇ ਆਪ ਨੂੰ ਬਾਬਾ ਕਬੀਰ ਜੀ ਦੇ ਵਾਂਗ ਜ਼ਿੰਦਗੀ ਜਿਉਣ ਵਾਲੇ ਵੀ ਮੰਨਣ ਲੱਗ ਪਏ, ਔਰ ਉਹਨਾਂ ਨੇ ਆਪਣੀ ਲਾਈਫ ਵਿੱਚ ਇਹ ਗੱਲਾਂ ਬਣਾਈਆਂ ਵੀ। ਬਾਬਾ ਕਬੀਰ ਜੀ ਕਹਿੰਦੇ ਕਹੀ ਚਲੋ ਭਾਈ ਜੇ ਤੁਸੀਂ ਤੁਹਾਡੇ ਕਹਿਣ ਨਾਲ ਕੀ ਫਰਕ ਪੈਂਦਾ। ਫਿਰ ਉਹ ਸ਼ਬਦ ਵਰਤੇ, ਕਹਿੰਦੇ ਬਹੁਤ ਬਰਸ ਤਪ ਕੀਆ ਕਾਸ਼ੀ, ਬੜਾ ਸਮਾਂ ਤੂੰ ਕਾਸ਼ੀ ਵਿੱਚ ਕੱਢਿਆ ਬਾਬਾ ਕਬੀਰ ਜੀ।
ਮਰਨ ਭਇਆ ਮਗਹਰ ਕੀ ਬਾਸੀ, ਮਰਨ ਲੱਗਾ ਤਾਂ ਮਗਹਰ ਆ ਗਿਆ। ਤੇ ਬਾਬਾ ਕਬੀਰ ਜੀ ਕਹਿੰਦੇ ਮੈਂ ਤਾਂ ਹੀ ਆਇਆ ਤਾਂ ਕਿ ਤੁਹਾਡੇ ਮਨਾਂ ਵਿੱਚ ਇਹ ਖਿਆਲਾਤ ਕੱਢੇ ਜਾ ਸਕਣ, ਤੁਹਾਡੇ ਜ਼ਿਹਨ ਵਿੱਚ ਇਹ ਭਰਮ ਦੂਰ ਕੀਤਾ ਜਾ ਸਕੇ। ਕਾਸ਼ੀ ਮਗਹਰ ਸਮ ਵਿਚਾਰੀ। ਪੰਡਤ ਜੀ ਤੁਸੀਂ ਨਾ ਕਾਸ਼ੀ ਤੇ ਮਗਹਰ ਬਾਰੇ ਦੋ ਖਿਆਲ ਦਿੱਤੇ ਨੇ ਲੋਕਾਂ ਨੂੰ। ਤੁਸੀਂ ਕਾਸ਼ੀ ਨੂੰ ਪਵਿੱਤਰ ਮੰਨਿਆ ਤੇ ਮਗਹਰ ਨੂੰ ਅਪਵਿੱਤਰ ਮੰਨਿਆ। ਬਾਬਾ ਕਬੀਰ ਜੀ ਕਹਿੰਦੇ ਮੈਂ ਇਹ ਦੋਵੇਂ ਖਿਆਲ ਲੋਕਾਂ ਦੇ ਜ਼ਿਹਨ ਵਿੱਚੋਂ ਕੱਢ ਕੇ ਜਾਣੇ, ਮਰਦੇ ਦਮ ਤੱਕ ਲੋਕਾਂ ਦੇ ਜ਼ਿਹਨ ਵਿੱਚੋਂ ਇਸ ਚੀਜ਼ ਨੂੰ ਕੱਢਣਾ। ਇਸ ਕਰਕੇ ਕਾਸ਼ੀ ਮਗਹਰ ਸਮ ਵਿਚਾਰੀ, ਓਛੀ ਭਗਤ ਕੈਸੇ ਉਤਰ ਸਵਾਰੀ। ਜਿਹੜੀ ਤੂੰ ਕਹਿੰਦਾ ਹੈ ਨਾ ਵੀ ਓਛੀ ਭਗਤ, ਵੀ ਤੂੰ ਤਾਂ ਭਗਤ ਸਿਆਣਾ ਨਹੀਂ ਨਿਕਲਿਆ, ਕਿਉਂਕਿ ਸਿਆਣਾ ਹੁੰਦਾ ਤਾਂ ਲੋਕ ਤਾਂ ਮਰਨ ਵੇਲੇ ਇੱਥੇ ਆਉਂਦੇ ਨੇ, ਤੂੰ ਮਰਨ ਵੇਲੇ ਛੱਡ ਬੈਠਾ। ਜੇ ਤੇ ਬ੍ਰਾਹਮਣ ਦੇ ਆਖੇ ਲੱਗਦਾ, ਇਹੋ ਹੀ ਜਿਹੜਾ ਸਿਧਾਂਤਕ ਮਤਭੇਦ ਕੀ ਹੁੰਦਾ ਹੈ ਨਾ, ਬਾਣੀ ਚ ਬਾਬੇ ਨੇ ਕਿਹਾ ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾਹੀ। ਜੇ ਬਾਬਾ ਕਬੀਰ ਜੀ ਮਰਨ ਵੇਲੇ ਕਾਸ਼ੀ, ਵੇਖੋ ਜਿਹੜੇ ਮਹਾਨ ਲੋਕ ਹੁੰਦੇ ਨੇ ਉਹਨਾਂ ਦੀ ਇੱਕ ਚੀਜ਼ ਬੜੀ ਮਹਾਨ ਹੁੰਦੀ ਹੈ, ਉਹਨਾਂ ਦੀਆਂ ਘਟਨਾਵਾਂ ਨੂੰ ਬੜੇ ਧਿਆਨ ਨਾਲ ਵੇਖਣਾ ਹੁੰਦਾ। ਬਾਬਾ ਕਬੀਰ ਜੀ ਨੇ ਕਿਹਾ ਕਿ ਜੇ ਮੈਂ ਮਗਹਰ ਦੀ ਧਰਤੀ ਤੇ ਅਖੀਰਲੇ ਵੇਲੇ ਬੈਠਾ ਰਹਿੰਦਾ ਤੇ ਤੇਰੀ ਗੱਲ ਤੇ ਫਿਰ ਮੋਹਰ ਲੱਗ ਜਾਣੀ ਸੀ ਵੀ ਬਾਬਾ ਕਬੀਰ ਵੀ ਵੇਖੋ ਬਨਾਰਸ ਦੀ ਧਰਤੀ ਤੇ ਪ੍ਰਾਣ ਤਿਆਗੇ ਨੇ। ਭਾਵੇਂ ਸਾਰੀ ਜ਼ਿੰਦਗੀ ਬਾਬਾ ਕਬੀਰ ਸਾਡੇ ਸਮਾਦ ਕਰਦਾ ਰਿਹਾ, ਸਾਡੇ ਸਿਧਾਂਤ ਦੇ ਖਿਲਾਫ ਲੜਦਾ ਰਿਹਾ, ਪਰ ਅਖੀਰ ਵੇਲੇ ਬਾਬਾ ਕਬੀਰ ਜੀ ਵੀ ਇੱਥੇ ਆਏ, ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਵੀ ਇੱਥੇ ਹੀ ਮਰਨ ਵਾਲਾ ਸਵਰਗਾਂ 'ਚ ਜਾਏਗਾ। ਬਨਾਰਸ ਦੀ ਧਰਤੀ ਤੇ ਬੰਦੇ ਬਹੁਤ ਸਾਰੇ, ਇੱਥੋਂ ਤੱਕ ਬਾਣੀ 'ਚ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਆਪਣੇ ਪਰਿਵਾਰਾਂ ਦੇ ਪਰਿਵਾਰ ਜਾ ਕੇ ਉੱਥੇ ਕਰਵਾਤਾ ਆਰੇ ਤੇ ਜਾਨ ਦਿੰਦੇ ਰਹੇ। ਉੱਥੇ ਇੱਕ ਖੂਹ ਬਣਿਆ, ਖੂਹ 'ਚ ਛਾਲਾਂ ਮਾਰ ਕੇ ਆਪਣੀ ਜਾਨ ਦੀ ਬਾਜ਼ੀ ਲਾਉਂਦੇ ਰਹੇ। ਅਜੇ ਤੱਕ ਵੀ ਖੂਹ ਬਣਿਆ। ਜੇ ਤੁਸੀਂ ਕਦੀ ਇੰਡੀਆ ਜਾਓ ਤੇ ਇੰਡੀਆ ਵਿੱਚ ਬਨਾਰਸ ਧਰਤੀ ਹੈ ਜਿਹੜੀ, ਉੱਥੇ ਵੇਖ ਕੇ ਆਇਓ, ਬ੍ਰਾਹਮਣ ਅਜੇ ਤੱਕ ਉਹ ਖੂਹ ਬਣਾ ਕੇ ਬੈਠਾ ਹੈ ਤੇ ਲੋਕ ਆਪਣੀ ਇੱਥੋਂ ਤੱਕ ਪੁਜਾਰੀ ਹਿਪਨੋਟਾਈਜ਼, ਅੱਜ ਦੀ ਬੋਲੀ 'ਚ ਹਿਪਨੋਟਾਈਜ਼ ਕਰਨਾ ਕਿਸੇ ਦੇ ਦਿਮਾਗ ਨੂੰ ਸੁੰਨ ਕਰ ਦੇਣਾ। ਅੱਜ ਬੰਦੇ ਅੱਜ ਦੀ ਭਾਸ਼ਾ 'ਚ ਹੋਰ ਤਰ੍ਹਾਂ ਦਾ ਤਰੀਕਾ ਹੈ। ਉਹਨਾਂ ਵੇਲਿਆਂ 'ਚ ਧਾਰਮਿਕ ਤੌਰ ਤੇ ਹਿਪਨੋਟਾਈਜ਼ ਕਰਦੇ ਸੀ ਬੰਦੇ ਨੂੰ, ਦਿਮਾਗ ਉਹਨਾਂ ਦੇ ਸੁੰਨ ਕਰ ਦਿੰਦੇ ਸੀ। ਬਾਬਾ ਕਬੀਰ ਜੀ ਕਹਿੰਦੇ ਨੇ ਵੀ ਇਸ ਬ੍ਰਾਹਮਣ ਨੇ ਇੰਨਾ ਕਰਮ ਕਾਂਡ, ਨੇ ਵਹਿਮ ਇੱਥੇ ਪ੍ਰਚਲਿਤ ਕੀਤੇ ਸੀ ਵੀ ਬੰਦੇ ਪਰਿਵਾਰਾਂ ਦੇ ਪਰਿਵਾਰ ਆਣ ਕੇ ਆਪਣੀ ਜਾਨ ਦੀ ਬਾਜ਼ੀ ਦੇ ਦਿੰਦੇ ਸੀ, ਕਿਉਂਕਿ ਬ੍ਰਾਹਮਣ ਤੇਜ ਬੜਾ ਸੀ। ਉਹਨੂੰ ਪਤਾ ਸੀ ਜੇ ਆਉਣ ਵਾਲੇ ਸਮੇਂ 'ਚ ਲੋਕ ਸੁਚੇਤ ਹੋ ਗਏ ਤੇ ਮੇਰੇ ਤੋਂ ਹਿਸਾਬ ਕਿਤਾਬ ਮੰਗਣਗੇ। ਇਹਦੇ ਨਾਲੋਂ ਚੰਗਾ ਹੈ ਵੀ ਜੇ ਲੋਕ ਜਾਨ ਦੀ ਬਾਜ਼ੀ ਲਾ ਦੇਣਗੇ ਤੇ ਕੋਈ ਗਵਾਹ ਹੀ ਨਹੀਂ ਰਹਿ ਜਾਏਗਾ। ਮੌਕੇ ਧਾਰਮਿਕ ਤੇਜ ਵੇਖੋ ਗੁਰੂ ਕੇ ਪਿਆਰਿਓ, ਜਿਵੇਂ ਆਮ ਨਹੀਂ ਸਮਾਜ ਕਰਦਾ ਵੀ ਜਿਸ ਚੀਜ਼ ਦਾ ਵਿਵਾਦ ਛਿੜ ਸਕਦਾ ਹੋਵੇ ਉਹਦੀਆਂ ਜਿੱਥੋਂ ਉਹਦਾ ਸੁਰਾਖ ਮਿਲ ਸਕਦਾ, ਜਿੱਥੋਂ ਉਹਦੇ ਐਵੀਡੈਂਸ ਮਿਲ ਸਕਦੇ, ਉਹਨੂੰ ਸਾਰੇ ਖਤਮ ਕਰ ਦਿੰਦੇ ਨੇ, ਡਿਸਟਰੋਏ ਕਰ ਦਿੰਦੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ। ਧਾਰਮਿਕ ਬੰਦਾ ਵੀ ਬੜਾ ਤੇਜ਼ ਸੀ। ਬ੍ਰਾਹਮਣ ਕਹਿੰਦਾ ਸੀ ਆਪਣੀ ਜਾਇਦਾਦ ਮੈਨੂੰ ਦੇ ਦਿਓ, ਕਿਉਂਕਿ ਤੁਹਾਡੇ ਕਿਸ ਕੰਮ ਹੈ। ਜਿਵੇਂ ਅੱਜ ਵੀ ਬਹੁਤ ਸਾਰੇ ਬੰਦੇ ਕਹਿੰਦੇ ਨੇ ਵੀ ਤੁਸੀਂ ਨਾ ਸਾਨੂੰ ਦੇ ਦਿਓ ਸਾਰਾ ਕੁਝ, ਅਸੀਂ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ। ਬਹੁਤ ਬੰਦੇ ਅੱਜ ਵੀ ਬੈਠੇ ਏਦਾਂ ਤੇ ਦੁਨੀਆ ਨੂੰ ਲੁੱਟ ਰਹੇ ਨੇ, ਕਿਉਂਕਿ ਲੁੱਟ ਦਾ ਸਾਧਨ ਉਹਨਾਂ ਕੋਲੇ ਇਸ ਤਰ੍ਹਾਂ ਦਾ ਹੈਗਾ। ਬਾਬਾ ਕਬੀਰ ਜੀ ਕਹਿੰਦੇ ਵੀ ਲੋਕਾਂ ਨੇ ਇਸ ਜਗ੍ਹਾ ਤੇ ਇਹ ਰਾਏ ਪ੍ਰਚਲਿਤ ਕੀਤੀ ਸੀ ਵੀ ਸਾਰਾ ਕੁਝ ਸਾਨੂੰ ਚੜਾ ਕੇ, ਤੇ ਜਦੋਂ ਪੁਜਾਰੀ ਨੂੰ ਜਜਮਾਨ ਪੁੱਛਦਾ ਸੀ ਮੈਨੂੰ ਕੀ ਹੁਕਮ ਹੈ ਹੁਣ, ਤੇ ਪੁਜਾਰੀ ਕਹਿੰਦਾ ਸੀ ਉਹ ਸਾਹਮਣੇ ਆ ਰਿਹਾ ਹੈ, ਉਹਦੇ ਤੇ ਆਪਣੀ ਜਾਨ ਦੇ ਸਿੱਧਾ ਸਵਰਗਾਂ ਨੂੰ ਜਾਏਗਾ। ਤੇ ਜੇ ਕੋਈ ਕਹਿੰਦਾ ਸੀ ਵੀ ਆਰੇ ਤੇ ਨਹੀਂ ਮੈਂ ਚੜ ਸਕਦਾ, ਕਿਉਂਕਿ ਡਰ ਸੀ ਨਾ ਬੰਦੇ ਦੇ ਅੰਦਰ, ਕਿਉਂਕਿ ਆਰੇ ਤੇ ਮੇਰੇ ਤੋਂ ਚੜਿਆ ਨਹੀਂ ਜਾਣਾ, ਫਿਰ ਕਹਿੰਦੇ ਸੀ ਉਹ ਖੂਹ 'ਚ ਛਾਲ ਮਾਰ ਦੇ। ਤੇ ਲੋਕ ਜਿਵੇਂ ਆਮ ਤੁਸੀਂ ਸੁਣਿਆ ਨਾ ਵੀ ਹੁਣ ਖੂਹ 'ਚ ਥੋੜੀ ਛਾਲ ਮਾਰਨੀ ਹੈ। ਧਾਰਮਿਕ ਦੁਨੀਆ 'ਚ ਬੰਦੇ ਵੇਖੋ ਲੋਕਾਂ ਨੂੰ ਹਿਪਨੋਟਾਈਜ਼ ਕਰਕੇ ਖੂਹ 'ਚ ਵੀ ਛਾਲਾਂ ਮਰਾਉਂਦੇ ਰਹੇ। ਅੱਜ ਵੀ ਬਨਾਰਸ ਵਿੱਚ ਉਹ ਖੂਹ ਬਣਿਆ ਹੈ। ਬਾਬਾ ਕਬੀਰ ਜੀ, ਕਿਉਂਕਿ ਅਸੀਂ ਇਹ ਚੀਜ਼ਾਂ ਨੂੰ ਕਦੀ ਸਮਝਿਆ ਨਹੀਂ। ਬਾਬਾ ਕਬੀਰ ਜੀ ਦਾ ਕਦੀ ਜਨਮ ਦਿਹਾੜਾ ਨਹੀਂ ਮਨਾਇਆ ਗਿਆ, ਬਾਬਾ ਕਬੀਰ ਜੀ ਦਾ ਕਦੀ ਯਾਦ ਨਹੀਂ ਕੀਤੀ। ਤੁਸੀਂ ਕਿਸੇ ਗੁਰਦੁਆਰੇ ਸੁਣਿਆ ਵੀ ਬਾਬਾ ਕਬੀਰ ਜੀ ਦਾ ਕੋਈ ਦਿਨ ਮਨਾਇਆ ਗਿਆ ਹੋਵੇ? ਸਵਾਲ ਹੀ ਪੈਦਾ ਨਹੀਂ ਹੁੰਦਾ। ਕਬੀਰ ਜੀ ਦਾ ਜਿੱਦਣ ਦਿਨ ਮਨਾਇਆ ਜਾਏਗਾ ਨਾ, ਉਦੋਂ ਬਾਬਾ ਕਬੀਰ ਜੀ ਦੀ ਬਾਣੀ ਤੇ ਚਰਚਾ ਹੋਏਗੀ। ਜਿੱਦਣ ਬਾਬਾ ਕਬੀਰ ਜੀ ਦੀ ਬਾਣੀ ਤੇ ਚਰਚਾ ਹੋਏਗੀ, ਆ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਸਾਰੀਆਂ ਸਾਡੇ ਸਾਹਮਣੇ ਆਉਣਗੀਆਂ। ਤੇ ਵਕਤ ਦਾ ਪੁਜਾਰੀ ਕਦੇ ਵੀ ਇਹ ਗੱਲਾਂ ਸਾਹਮਣੇ ਨਹੀਂ ਆਉਣ ਦੇਗਾ। ਬਾਬੇ ਨੇ ਕਿਹਾ ਇਹ ਭਰਮ ਮੈਂ ਅਖੀਰਲੇ ਵੇਲੇ ਤੋੜਨਾ ਚਾਹੁੰਦਾ, ਤੇ ਬਾਬਾ ਕਬੀਰ ਜੀ ਅਖੀਰਲੇ ਵੇਲੇ ਬਨਾਰਸ ਦੀ ਧਰਤੀ ਤੇ ਜਾ ਡੇਰਾ ਲਾਇਆ। ਔਰ ਜਦੋਂ ਵੇਖੋ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਆ ਨਾ ਇਦਾਂ ਕਰੋ, ਅਗਲਾ ਕਹਿੰਦਾ ਸਾਨੂੰ ਤਾਂ ਕਹੀ ਜਾਂਦੇ ਨੇ, ਆਪ ਨਹੀਂ ਕਰਦੇ। ਜਿਵੇਂ ਤੁਸੀਂ ਇੱਥੇ ਆਣ ਕੇ ਨਾ ਕਈ ਵਾਰ ਮੈਂ ਸੌਖੀ ਉਦਾਹਰਨ ਦਿੰਦਾ, ਜਦੋਂ
ਬੰਦੇ ਇੰਡੀਆ ਤੋਂ ਆਉਂਦੇ ਨੇ ਨਾ ਉਦੋਂ ਐਂ ਲੱਗਦਾ ਵੀ ਕੈਨੇਡਾ ਬਹੁਤ ਕਮਾਲ ਦੀ ਚੀਜ਼ ਹੈ, ਪਰ ਜਦੋਂ ਇੱਥੇ ਆ ਜਾਂਦੇ ਫਿਰ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਬੜੀ ਮੁਸੀਬਤ ਵਾਲੀ ਜਗ੍ਹਾ ਹੈ ਕੈਨੇਡਾ। ਇੱਥੇ ਤਾਂ ਬੰਦੇ ਦੀ ਜ਼ਿੰਦਗੀ 'ਚ ਆਰਾਮ ਹੈ ਹੀ ਨਹੀਂ। ਪਰ ਤੁਸੀਂ ਜਦੋਂ ਆਪਣੇ ਨਾਲਦਿਆਂ ਨੂੰ ਇੰਡੀਆ ਦੱਸਦੇ ਹੋ ਵੀ ਇਹ ਬੜੀ ਮੁਸੀਬਤ ਆ ਜਾਂਦੀ, ਕਹਿੰਦੇ ਲੈ ਆਪ ਜਾ ਕੇ ਬਹਿ ਗਏ ਔਰ ਸਾਨੂੰ ਦੱਸਦੇ ਨੇ ਵੀ ਇਹ ਜਗ੍ਹਾ ਚੰਗੀ ਨਹੀਂ। ਕਿਉਂਕਿ ਉਹਦੇ ਵਾਸਤੇ ਇਹ ਬਹੁਤ ਜ਼ਰੂਰੀ ਹੁੰਦਾ ਹੈ ਵੀ ਤੁਸੀਂ ਜੇ ਉਹਨਾਂ ਦੇ ਦਿਮਾਗ ਵਿੱਚੋਂ ਕੱਢਣਾ ਫਿਰ ਉਹਨਾਂ 'ਚ ਜਾਣਾ ਪਏਗਾ। ਕਬੀਰ ਸਾਹਿਬ ਜੀ ਚਾਹੁੰਦੇ ਸੀ ਵੀ ਜੇ ਮੈਂ ਕਹਿ ਗਿਆ ਨਾ, ਲਿਖ ਵੀ ਗਿਆ ਬਾਣੀ ਦੇ ਵਿੱਚ ਵੀ ਕਾਸ਼ੀ ਤੇ ਬਨਾਰਸ ਵਿੱਚ ਕੋਈ ਫਰਕ ਨਹੀਂ, ਤੇ ਭਰਮ ਲੋਕਾਂ ਦੇ ਦਿਮਾਗ ਵਿੱਚੋਂ ਨਿਕਲਣਾ ਨਹੀਂ। ਇਸ ਕਰਕੇ ਬਾਬਾ ਕਬੀਰ ਜੀ ਅਖੀਰਲੇ ਵੇਲੇ ਉਸ ਧਰਤੀ ਤੇ ਆਪਣੇ ਅੰਤਲੇ ਸਵਾਸ ਲੈ ਕੇ ਦੁਨੀਆ ਦੇ ਜੇਨ ਵਿੱਚੋਂ ਇਹ ਗੱਲ ਕੱਢਣਾ ਚਾਹੁੰਦੇ ਸੀ ਵੀ ਧਰਤੀ ਕੋਈ ਨਾ ਸ਼ਰਾਬੀ ਹੁੰਦੀ ਹੈ ਨਾ ਕੋਈ ਮਾੜੀ ਹੁੰਦੀ ਹੈ। ਔਰ ਸ਼ਬਦ ਵਰਤਿਆ ਬਾਬਾ ਕਬੀਰ ਜੀ ਨੇ, ਕਹਿੰਦੇ ਕਹੋ ਗੁਰ ਗਜ ਸ਼ਿਵ ਸਭ ਕੋ ਜਾਣੈ। ਮੇਰੇ ਵਾਸਤੇ ਤਾਂ ਕਬੀਰ ਸਾਹਿਬ ਜੀ ਕਹਿੰਦੇ ਗੁਰੂ ਕੋਲੋਂ ਅਕਲ ਲੈ ਕੇ, ਪਰਮਾਤਮਾ ਕੋਲੋਂ ਅਕਲ ਲੈ ਕੇ ਮੈਂ ਇਹ ਗੱਲ ਸਮਝ ਲਈ ਹੈ, ਮੇਰੇ ਵਾਸਤੇ ਸਾਰੀਆਂ ਧਰਤੀਆਂ ਇੱਕੋ ਜਿਹੀਆਂ ਨੇ, ਨਾ ਕੋਈ ਧਰਤੀ ਪਵਿੱਤਰ ਹੈ ਤੇ ਨਾ ਕੋਈ ਧਰਤੀ ਅਪਵਿੱਤਰ ਹੈ। ਮੂਆ ਕਬੀਰ ਰਮਤ ਸ੍ਰੀ ਰਾਮੈ। ਮੈਂ ਅੱਜ ਦਾ ਨਹੀਂ, ਮੈਂ ਤਾਂ ਜਦੋਂ ਰੱਬ ਨਾਲ ਸਾਂਝ ਪਾ ਲਈ ਸੀ ਉਦੋਂ ਹੀ ਅਸਲ ਵਿੱਚ ਤੁਹਾਡੀ ਵਿਚਾਰਧਾਰਾ ਵਾਲੇ ਬੰਨਿਓ ਆਪਣਾ ਮੂੰਹ ਮੋੜ ਲਿਆ ਸੀ। ਹੁਣ ਤਾਂ ਸਿਰਫ ਲੋਕਾਂ ਨੂੰ ਇੱਕ ਫੈਸਲਾ ਹੀ ਦੇ ਕੇ ਜਾਣਾ, ਇਹ ਬ੍ਰਾਹਮਣਵਾੜੀ ਹੈ ਜਿਹੜੀ ਆਪਣੀ ਸੁਰਤ ਵਿੱਚੋਂ ਕੱਢ ਦਿਓ। ਤਾਂ ਜੇ ਬ੍ਰਾਹਮਣਵਾੜੀ ਉਹਨਾਂ ਵੇੜਿਆਂ 'ਚ ਕੱਢਣ ਦੀ ਲੋੜ ਸੀ ਤਾਂ ਫਿਰ ਅੱਜ ਸਾਨੂੰ ਵੀ ਕੱਢਣ ਦੀ ਲੋੜ ਹੈ। ਭਰਮ ਦੂਰ ਕਰੋ ਵੀ ਕੀਰਤਪੁਰ ਅਸਤੀਆਂ ਪਾਉਣ ਨਾਲ ਹੀ ਬਜ਼ੁਰਗ ਸਵਰਗਾਂ 'ਚ ਜਾਣਗੇ। ਥਾਂ ਥਾਂ ਤੇ ਬਣੇ ਹੋਏ ਇਹ ਕਰਮ ਤੁਹਾਨੂੰ ਅੱਜ ਵੀ ਉਸੇ ਜਾਲ ਵਿੱਚ ਫਸਾਉਣਾ ਚਾਹੁੰਦੇ ਨੇ ਜਿਹੜੇ ਜਾਲ ਵਿੱਚੋਂ ਸਾਡੇ ਪੁਰਖੇ ਸਾਨੂੰ ਕੱਢ ਕੇ ਗਏ ਹਨ। ਗੁਰੂ ਬਾਬਾ ਮਿਹਰ ਕਰੇ ਅਸੀਂ ਇਹਨਾਂ ਗੱਲਾਂ ਨੂੰ ਆਪਣੀ ਸੁਰਤ ਵਿੱਚ ਵਸਾ ਸਕੀਏ। ਸਭਨਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਮੇਰੀਆਂ ਪਿਆਰ ਸਹਿਤ ਮਾਲਕ ਦਾ ਸ਼ੁਕਰ ਕਰਦੇ ਹਾਂ। ਗੱਜ ਕੇ ਫਤਿਹ ਬੁਲਾਵਾ।